TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਕਹਾਣੀ ਸੰਸਾਰ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਪਣੀ ਅੱਜ ਦੀ ਕਹਾਣੀ ਅੰਮ੍ਰਿਤ ਕੌਰ ਬਿਡਰੁੱਖਾ ਹੋਰਾਂ ਦੀ ਰਚਨਾ ਮਿਲਾਵਟ ਖੋਰਾਂ ਦੇ ਨਾਮ ਨਿੱਕੂ ਦਾ ਇੱਕ ਖਾਸ ਖੱਤ। ਸੱਚਮੁੱਚ ਕਹਾਣੀ ਤੁਹਾਨੂੰ ਆਲੇ ਦੁਆਲੇ ਜਾਪੇਗੀ ਕਿ ਤੁਹਾਡੇ ਬੱਚੇ ਦੀ ਹੈ ਜਾਂ ਤੁਹਾਡੀ ਆਪਣੀ ਹੈ। ਪਤਾ ਨਹੀਂ ਇਹ ਮੁੰਡੇ ਨੂੰ ਕੀ ਹੋ ਗਿਆ, ਇੰਨਾ ਦਿਮਾਗ ਖਾਂਦਾ ਨਾ, ਇੰਨਾ ਦਿਮਾਗ ਖਾਂਦਾ, ਗੱਲਾਂ ਹੀ ਛੱਡ ਦਿਓ। ਨਿੱਕੂ ਦੀ ਮਾਂ ਨੇ ਉਹਦੀ ਬਾਂਹ ਫੜੀ ਤੇ ਉਹਦੇ ਦਾਦਾ ਜੀ ਕੋਲ ਜਾ ਕੇ ਖੜਾ ਕਰ ਦਿੱਤਾ। ਕੋਈ ਨਾ ਪੁੱਤ, ਨਿਆਣਾ ਜੇ, ਮੇਰੇ ਕੋਲ ਬਿਠਾ ਦਿਆ ਕਰੋ। ਦਾਦਾ ਜੀ ਨੇ ਨਿੱਕੂ ਨੂੰ ਕੋਲ ਬਿਠਾਉਂਦਿਆਂ ਆਖਿਆ, ਤੁਸੀਂ ਵੀ ਤਾਂ ਬਾਪੂ ਜੀ ਆਰਾਮ ਕਰਨਾ ਹੁੰਦਾ ਹੈ, ਸਕੂਲ ਵੀ ਪਤਾ ਨਹੀਂ ਚੰਦਰੇ ਕਦੋਂ ਲੱਗਣਗੇ। ਕਰੋਨਾ ਮਹਾਮਾਰੀ ਦੇ ਕਾਰਨ ਸਕੂਲ ਬੰਦ ਸਨ। ਨਿੱਕੂ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਗੱਲਾਂ ਕਰਦਾ ਰਹਿੰਦਾ, ਨਿੱਕੇ ਨਿੱਕੇ ਸਵਾਲ ਪੁੱਛਦਾ ਹੀ ਰਹਿੰਦਾ। ਉਹਦੇ ਕਦੇ ਸਵਾਲ ਖਤਮ ਹੀ ਨਾ ਹੁੰਦੇ। ਉਹਦੇ ਦਾਦਾ ਜੀ ਉਹਨੂੰ ਹਰ ਗੱਲ ਦਾ ਜਵਾਬ ਬੜੇ ਪਿਆਰ ਨਾਲ ਦਿੰਦੇ, ਬੜੇ ਪਿਆਰ ਨਾਲ ਸਮਝਾਉਂਦੇ। ਪਰ ਜਦੋਂ ਹੁਣ ਦਾਦਾ ਜੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਧਰਨਿਆਂ ਵਿੱਚ ਚਲੇ ਜਾਂਦੇ ਤਾਂ ਉਹ ਆਪਣੀ ਮਾਂ ਦੀ ਅਤੇ ਦਾਦੀ ਦੇ ਦੁਆਲੇ ਹੋਇਆ ਰਹਿੰਦਾ। ਮਾਂ ਘਰ ਦਾ ਸਾਰਾ ਕੰਮ ਵੀ ਕਰਦੀ, ਇਸ ਲਈ ਉਹ ਖਿਝ ਆਇਆ ਕਰਦੀ ਸੀ। ਨਿੱਕੂ ਦਾ ਗੁਆਂਢ ਵਿੱਚ ਰਹਿੰਦਾ ਦੋਸਤ ਕਾਫੀ ਬਿਮਾਰ ਹੋ ਗਿਆ ਸੀ, ਇਸ ਲਈ ਉਹ ਖੇਡਣ ਵੀ ਨਹੀਂ ਸੀ ਜਾ ਸਕਦਾ। ਨਿੱਕੂ ਨੂੰ ਦਾਦਾ ਜੀ ਕੋਲ ਬਿਠਾ ਕੇ ਉਹਦੀ ਮਾਂ ਉਸ ਦੀਆਂ ਕਿਤਾਬਾਂ ਕਾਪੀਆਂ ਠੀਕ ਕਰਕੇ ਰੱਖਣ ਲੱਗੀ। ਬਸਤੇ ਦੀ ਜੇਬ ਦੇ ਵਿੱਚੋਂ ਕਈ ਤੈਅ ਕੀਤੇ ਕਾਗਜ਼ ਨਿਕਲੇ ਜੋ ਦਰਅਸਲ ਨਿੱਕੂ ਦੇ ਆਪਣੇ ਲਿਖੇ ਹੋਏ ਸੀ। ਇੱਕ ਕਾਗਜ਼ ਉਸਨੇ ਚੁੱਕ ਕੇ ਖੋਲ੍ਹਿਆ ਤਾਂ ਉਸ 'ਤੇ ਕੀ ਲਿਖਿਆ ਸੀ? ਉਹ ਲਿਖਿਆ ਮਿਲਿਆ, ਮਿਲਾਵਟ ਖੋਰਾਂ ਨੂੰ। ਲਿਖਾਈ ਨਿੱਕੂ ਦੀ ਸੀ। ਜਦੋਂ ਉਹ ਖੋਲ ਕੇ ਪੜ੍ਹਨ ਲੱਗੀ, ਇੱਕ ਵਾਰੀ ਤਾਂ ਸੁੰਨ ਹੋ ਗਈ। ਲਿਖਿਆ ਸੀ, ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕੀ ਕਹਾਂ। ਤੁਸੀਂ ਇਨਸਾਨ ਤਾਂ ਨਹੀਂ ਹੋ ਸਕਦੇ। ਕਦੇ ਕਦੇ ਲੱਗਦਾ ਕਿ ਤੁਸੀਂ ਵੱਡੇ ਵੱਡੇ ਦੰਦਾਂ ਵਾਲੇ ਦੈਂਤ ਹੋ, ਜਿਹੜੇ ਆਪਣੇ ਦੰਦ ਖਵੋ ਕੇ ਬੰਦਾ ਪੂਰਾ ਖੂਨ ਚੂਸ ਲੈਂਦੇ ਨੇ। ਫਿਰ ਲੱਗਦਾ ਹੈ ਕਿ ਤੁਸੀਂ ਰਾਖਸ਼ ਹੋ, ਰਕਤ ਬੀਜ ਵਰਗੇ। ਇੱਕ ਜਣਾ ਫੜ ਹੁੰਦਾ, ਉਸ ਦੇ ਪਿੱਛੇ ਕਿੰਨੇ ਸਾਰੇ ਹੋਰ ਉਗਾਉਂਦੇ ਨੇ। ਪਰ ਰਾਖਸ਼ ਤਾਂ ਦੇਖਣ ਨੂੰ ਭਿਆਨਕ ਲੱਗਦੇ ਨੇ। ਉਹਨਾਂ ਦੀਆਂ ਸ਼ਕਲਾਂ ਤਾਂ ਡਰਾਉਣੀਆਂ ਹੁੰਦੀਆਂ ਨੇ। ਉਹਨਾਂ ਤੋਂ ਤਾਂ ਬੰਦਾ ਸ਼ਕਲਾਂ ਵੇਖ ਕੇ ਬਚਣ ਦੀ ਕੋਸ਼ਿਸ਼ ਕਰਦਾ ਹੈ। ਤੁਹਾਨੂੰ ਰੱਬ ਨੇ ਸ਼ਕਲਾਂ ਤਾਂ ਬੰਦਿਆਂ ਵਰਗੀਆਂ ਦਿੱਤੀਆਂ ਨੇ, ਪਰ ਕੰਮ ਤੁਹਾਡੇ ਰਾਖਸ਼ਾਂ ਤੋਂ ਵੀ ਭੈੜੇ ਨੇ। ਮੈਂ ਇਹੀ ਸੋਚਦਾ ਰਹਿੰਦਾ ਹਾਂ, ਤੁਸੀਂ ਕੀ ਖਾਂਦੇ ਹੋਵੋਗੇ, ਕੀ ਪੀਂਦੇ ਹੋਵੋਗੇ? ਜੇ ਤੁਸੀਂ ਆਪ ਰੋਟੀ ਖਾਂਦੇ ਹੋ, ਫਿਰ ਤੁਹਾਨੂੰ ਇੰਨੇ ਪਾਪ ਕਰਨ ਦੀ ਕੀ ਲੋੜ ਹੈ? ਮੈਨੂੰ ਲੱਗਦਾ ਹੁੰਦਾ ਹੈ ਕਿ ਤੁਸੀਂ ਸੋਨੇ ਦੀ ਰੋਟੀ ਖਾਂਦੇ ਹੋਵੋਗੇ। ਨਹੀਂ, ਮੈਂ ਵੀ ਭੁੱਲ ਜਾਂਦਾ। ਤੁਸੀਂ ਤਾਂ ਲਹੂ ਪੀਂਦੇ ਹੋ ਰੱਬ ਦੇ ਬਣਾਏ ਬੰਦਿਆਂ ਦਾ। ਬਹੁਤ ਸਾਰੇ ਲੋਕ ਤੁਹਾਡੀਆਂ ਮਿਲਾਵਟੀ ਚੀਜ਼ਾਂ ਖਾ ਕੇ ਬਿਮਾਰ ਵੀ ਤਾਂ ਹੋ ਜਾਂਦੇ ਨੇ ਤੇ ਵਿਚਾਰੇ ਮਰ ਵੀ ਜਾਂਦੇ ਨੇ। ਫਿਰ ਤਾਂ ਤੁਸੀਂ ਕਾਤਲ ਹੋਏ ਨਾ। ਤੁਹਾਨੂੰ ਪਤਾ ਹੀ ਨਾ, ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਦੁੱਧ ਪੀਣ ਲਈ ਆਖ ਦਿੰਦੇ ਨੇ। ਕਦੀ ਸੋਚਿਆ ਤੁਸੀਂ ਕਿ ਮਿਲਾਵਟੀ ਦੁੱਧ ਪੀ ਕੇ ਤਾਂ ਸਗੋਂ ਬੰਦਾ ਵੱਧ ਬਿਮਾਰ ਹੋਊ? ਤੁਸੀਂ ਸਾਰੇ ਜਿਹੜੇ ਵੀ ਦੁੱਧ ਵਿੱਚ ਮਿਲਾਵਟ ਕਰਦੇ ਹੋ, ਸਾਰੇ ਹੀ ਪਾਪ ਕਰਦੇ ਹੋ, ਸਾਰੇ ਪਾਪੀ ਹੋ। ਕਹਿੰਦੇ ਨੇ ਜਿਹੜਾ ਪਾਪ ਕਰਦਾ ਹੈ, ਰੱਬ ਜੀ ਉਸ ਨੂੰ ਬੇਦਖਲ ਕਰ ਦਿੰਦੇ ਨੇ ਤੇ ਆਪਣੇ ਮਿਹਰ ਤੋਂ ਪਾਸੇ ਕਰ ਦਿੰਦੇ ਨੇ। ਇਹ ਤਾਂ ਫਿਰ ਗੱਲ ਗਲਤ ਹੋਈ ਨਾ। ਤੁਹਾਨੂੰ ਰੱਬ ਕੋਲੋਂ ਡਰ ਨਹੀਂ ਲੱਗਦਾ? ਤੁਹਾਡੇ ਪਰਿਵਾਰ ਵੀ ਹੋਣਗੇ, ਜਦ ਉਹਨਾਂ ਵਿੱਚੋਂ ਕੋਈ ਬਿਮਾਰ ਹੋ ਜਾਂਦਾ ਹੈ, ਤੁਹਾਨੂੰ ਕਿੰਨਾ ਦੁੱਖ ਲੱਗਦਾ ਹੋਊ। ਇਸ ਤਰ੍ਹਾਂ ਸਭ ਨੂੰ ਆਪਣੇ ਪਰਿਵਾਰ ਪਿਆਰੇ ਹੁੰਦੇ ਆ। ਫਿਰ ਤੁਸੀਂ ਲੋਕਾਂ ਨੂੰ ਕਿਉਂ ਮੌਤ ਦੇ ਮੂੰਹ ਵਿੱਚ ਧੱਕਦੇ ਹੋ? ਪਰ ਤੁਸੀਂ ਤਾਂ ਰਾਖਸ਼ ਹੋਏ ਨਾ। ਰਾਖਸ਼ਾਂ ਨੂੰ ਥੋੜ੍ਹੀ ਤਰਸ ਆਉਂਦਾ, ਕਿਸੇ ਤੇ ਨਹੀਂ ਆਉਂਦਾ। ਉਹ ਤਾਂ ਦੂਜਿਆਂ ਨੂੰ ਜੇ ਕੁਝ ਦੇ ਸਕਦੇ ਨੇ, ਦੁੱਖ ਦੇ ਦਿੰਦੇ ਆ ਤੇ ਫਿਰ ਆਪ ਹੱਸਦੇ ਹੁੰਦੇ ਨੇ। ਸਾਰੇ ਦੈਂਤਾਂ ਦੇ ਅੱਡੋ ਅੱਡ ਮਹਿਕਮੇ ਸਾਂਭੇ ਹੋਏ ਨੇ। ਕੋਈ ਫਲਾਂ ਸਬਜ਼ੀਆਂ ਦਾ, ਉਹਨਾਂ 'ਤੇ ਜ਼ਹਿਰ ਦੀਆਂ ਪਰਤਾਂ ਚੜਾਉਂਦਾ ਹੈ। ਕੋਈ ਛੇਤੀ ਪਕਾਉਣ ਲਈ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਹੈ। ਇਹਨਾਂ ਨਾਲ ਵੀ ਲੋਕਾਂ ਨੂੰ ਬਥੇਰੀਆਂ ਬਿਮਾਰੀਆਂ, ਢੇਰ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ।
ਤੇ ਜਿਹੜੇ ਫਲ ਸਬਜ਼ੀਆਂ ਖਾ ਕੇ ਬੰਦਾ ਤੰਦਰੁਸਤ ਹੁੰਦਾ ਹੈ, ਉਹਨਾਂ ਨੂੰ ਖਾ ਕੇ ਸਗੋਂ ਬੰਦਾ ਹੋਰ ਬਿਮਾਰ ਹੋ ਜਾਂਦਾ ਹੈ। ਮਠਿਆਈਆਂ ਵੀ ਤੁਸੀਂ ਨਕਲੀ, ਉਹ ਵੀ ਬਣਾਵਟੀ ਬਣਾਉਂਦੇ ਹੋ। ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ, ਉਦੋਂ ਸਾਰੇ ਮਠਾਈਆਂ ਹੀ ਵੰਡਦੇ ਆ, ਸਾਰੇ ਮਠਾਈਆਂ ਹੀ ਖਰੀਦਦੇ ਆ। ਪਰ ਲੋਕ ਵਿਚਾਰੇ ਕੀ ਜਾਣਨ, ਉਹ ਜਾਣਦੇ ਨਹੀਂ ਹੁੰਦੇ ਕਿ ਆਪਣੇ ਪਿਆਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਠਾਈਆਂ ਨਹੀਂ, ਉਹ ਉਸ ਵਕਤ ਖੁਸ਼ੀ ਦੇ ਮਾਰੇ ਵੀ ਬਿਮਾਰੀਆਂ ਹੀ ਵੰਡ ਰਹੇ ਨੇ। ਉਹ ਗੱਲ ਹੈ, ਜੇ ਤੁਹਾਡੀਆਂ ਸ਼ਕਲਾਂ ਭਿਆਨਕ ਹੁੰਦੀਆਂ, ਤੁਹਾਡੇ ਸਿਰ ਤੇ ਸਿੰਘ ਉੱਗੇ ਹੁੰਦੇ, ਫਿਰ ਲੋਕ ਤੁਹਾਡੇ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰਿਆ ਕਰਦੇ। ਰੱਬ ਤੋਂ ਵੀ ਗਲਤੀ ਹੋ ਗਈ। ਰੱਬ ਨੂੰ ਤੁਹਾਡੀ ਕੋਈ ਨਾ ਕੋਈ ਤਾਂ ਪਛਾਣ ਰੱਖਣੀ ਚਾਹੀਦੀ ਸੀ। ਮੈਂ ਸੁਣਿਆ ਤੁਸੀਂ ਕਿਸ ਤੋਂ ਨਹੀਂ ਡਰਦੇ। ਜੇ ਸਰਕਾਰ ਤੁਹਾਨੂੰ ਫੜ ਲਵੇ ਤਾਂ ਤੁਸੀਂ ਪੈਸੇ ਦੇ ਕੇ ਛੁੱਟ ਜਾਂਦੇ ਹੋ, ਫਿਰ ਹੋਰ ਵੱਧ ਪਾਪ ਕਰਦੇ ਹੋ। ਦਾਦਾ ਜੀ ਦੱਸਦੇ ਹੁੰਦੇ ਨੇ ਕਿ ਜਿਹੜਾ ਬੰਦਾ ਖੁਸ਼ੀਆਂ ਵੰਡਦਾ ਹੈ, ਉਹ ਸਭ ਨੂੰ ਪਿਆਰਾ ਹੁੰਦਾ ਹੈ, ਰੱਬ ਨੂੰ ਵੀ ਤੇ ਬੰਦਿਆਂ ਨੂੰ ਵੀ। ਬੁਰਿਆਂ ਨੂੰ ਸਾਰੇ ਗਾਲਾਂ ਕੱਢਦੇ ਆ, ਤੁਸੀਂ ਫਿਰ ਗਾਲਾਂ ਕਿਉਂ ਖਾਂਦੇ ਹੋ ਬਈ? ਮਿਲਾਵਟ ਕਰਨੋਂ ਹਟ ਜਾਓ, ਤੁਸੀਂ ਵੀ ਚੰਗੇ ਬਣ ਜਾਓ। ਦੇਖਣ ਨੂੰ ਤਾਂ ਤੁਹਾਡੀ ਕੋਈ ਪਛਾਣ ਨਹੀਂ, ਤੁਸੀਂ ਪੈਸੇ ਦੇ ਸਿਰ ਤੇ ਮਾਣ ਨਾਲ ਘੁੰਮਦੇ ਹੋਵੋਗੇ, ਪਿੰਡਾਂ 'ਚ ਵੀ ਤੇ ਸ਼ਹਿਰਾਂ 'ਚ ਵੀ। ਦਾਦੀ ਜੀ ਕਹਿੰਦੇ ਹੁੰਦੇ ਨੇ, ਬੰਦੇ ਦੀ ਜ਼ਮੀਰ ਗਲਤ ਕੰਮ ਕਰਨ ਵਾਲੇ ਨੂੰ ਲਾਹਨਤਾਂ ਪਾਉਂਦੀ ਹੈ। ਤੁਹਾਡੇ ਕੋਲ ਭਲਾ ਜ਼ਮੀਰ ਹੁੰਦੀ ਹੈ ਜੀ? ਜੇ ਹੁੰਦੀ ਹੈ ਫਿਰ ਬੋਲਦੀ ਕਿਉਂ ਨਹੀਂ? ਉਹ ਤੁਹਾਨੂੰ ਲਾਹਨਤਾਂ ਕਿਉਂ ਨਹੀਂ ਪਾਉਂਦੀ? ਪਰ ਤੁਸੀਂ ਤਾਂ ਮਿਲਾਵਟਖੋਰ ਹੋਏ ਨਾ, ਮਾਰ ਦਿੱਤੀ ਹੋ ਜ਼ਹਿਰਾ ਖਵਾ ਕੇ ਤੁਸੀਂ ਆਪਣੀ ਜ਼ਮੀਰ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਨੇ ਕਿ ਜਿਹੜਾ ਪੈਸਾ ਲੋਕਾਂ ਨੂੰ ਦੁਖੀ ਕਰਕੇ ਕਮਾਇਆ ਹੁੰਦਾ ਹੈ ਨਾ, ਉਹਦੇ ਵਿੱਚ ਬੇਵੱਸ ਲੋਕਾਂ ਦਾ ਖੂਨ ਹੁੰਦਾ ਹੈ, ਉਹ ਹਮੇਸ਼ਾ ਦੁੱਖ ਦਿੰਦਾ ਹੈ। ਫਿਰ ਤੁਸੀਂ ਗਲਤ ਕੰਮ ਕਿਉਂ ਕਰਦੇ ਹੋ? ਕਿਉਂ ਦੁੱਖੜੇ ਸਹੇੜਦੇ ਹੋ? ਤੁਹਾਨੂੰ ਪਤਾ ਹੈ, ਮੈਨੂੰ ਤਾਂ ਕਦੇ ਕਦੇ ਤੁਹਾਡੇ ਤੇ ਬਹੁਤ ਤਰਸ ਆਉਂਦਾ ਹੈ। ਤੁਸੀਂ ਲੋਕਾਂ ਤੋਂ ਬਦਦੁਆਵਾਂ ਲੈਂਦੇ ਹੋ, ਦੁੱਖਾਂ ਦੇ ਬੀਜ ਬੀਜਦੇ ਹੋ, ਫਿਰ ਦੁੱਖ ਹੀ ਉੱਗਣਗੇ ਨਾ। ਕਦੇ ਸੋਚਣਾ, ਜੇ ਦੁੱਖ ਉੱਗ ਪਏ ਤਾਂ ਤੁਸੀਂ ਇਹਨਾਂ ਨੂੰ ਕਿਵੇਂ ਝੱਲੋਗੇ? ਤੁਸੀਂ ਜੇ ਬੀਜਣੀਆਂ ਨੇ ਤਾਂ ਖੁਸ਼ੀਆਂ ਬੀਜ ਲਓ, ਫਿਰ ਖੁਸ਼ੀਆਂ ਹੀ ਉੱਗਣਗੀਆਂ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋਇਆ ਕਰਨਗੀਆਂ। ਕਿੰਨਾ ਚੰਗਾ ਲੱਗੂ ਤੁਹਾਨੂੰ ਵੀ ਤੇ ਸਾਰਿਆਂ ਨੂੰ ਵੀ, ਮੈਨੂੰ ਵੀ ਵਧੀਆ ਲੱਗੂ। ਮੈਂ ਇੱਕ ਗੱਲ ਦੱਸਾਂ ਤੁਹਾਨੂੰ, ਜੇ ਤੁਸੀਂ ਪੁਲਿਸ ਤੋਂ ਡਰਦੇ ਨਹੀਂ, ਨਾ ਡਰੋ, ਨਾ ਡਰੋ, ਪਰ ਰੱਬ ਤੋਂ ਤਾਂ ਡਰਨਾ ਸਿੱਖ ਲਓ। ਦਾਦਾ ਜੀ ਆਖਦੇ ਹੁੰਦੇ ਨੇ ਕਿ ਰੱਬ ਸਾਰਿਆਂ ਤੋਂ ਵੱਡਾ ਹੁੰਦਾ ਹੈ, ਉਹ ਕਿਸ ਤੋਂ ਨਹੀਂ ਡਰਦਾ। ਜੇ ਉਹਨੂੰ ਗੁੱਸਾ ਆ ਗਿਆ ਫਿਰ ਤੁਸੀਂ ਬਚ ਨਹੀਂ ਸਕਦੇ, ਜਿੱਥੇ ਮਰਜ਼ੀ ਭੱਜ ਲਿਓ। ਤਾਂ ਹੀ ਤਾਂ ਮੈਂ ਤੁਹਾਨੂੰ ਚਿੱਠੀ ਲਿਖੀ ਹੈ। ਮੈਨੂੰ ਸੱਚੀ ਤੁਹਾਡੇ ਤੇ ਤਰਸ ਆਉਂਦਾ ਹੈ। ਤੁਸੀਂ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਲਿਆ ਕਰੋ, ਫਿਰ ਤੁਸੀਂ ਵੀ ਕਦੇ ਗਲਤ ਕੰਮ ਨਹੀਂ ਕਰ ਸਕੋਗੇ। ਬਸ ਮੈਂ ਇਹੀ ਆਖਣਾ ਤੁਹਾਨੂੰ। ਨਿੱਕੂ ਦੀ ਮਾਂ ਹੈਰਾਨ ਸੀ ਆਪਣੇ ਬੱਚੇ ਦੀ ਸਮਝ ਤੇ। ਉਸ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਉਸ ਨੂੰ ਸਭ ਗੱਲਾਂ ਸਮਝ ਆ ਗਈਆਂ ਕਿ ਉਸ ਦਾ ਪੁੱਤਰ ਇੰਨੇ ਸਵਾਲ ਕਿਉਂ ਪੁੱਛਦਾ ਸੀ, ਕਿਉਂ ਵਾਰ-ਵਾਰ ਸਵਾਲ ਕਰਦਾ ਸੀ। ਨਿੱਕੂ ਦਾ ਦੋਸਤ ਰਮਨ ਵੀ ਤਾਂ ਮਠਿਆਈ ਖਾ ਕੇ ਬਿਮਾਰ ਹੋਇਆ ਸੀ ਤੇ ਉਸ ਨੂੰ ਹਸਪਤਾਲ ਦਾਖਲ ਵੀ ਰੱਖਣਾ ਪਿਆ ਸੀ। ਜਦੋਂ ਉਸਦੇ ਦਾਦਾ ਜੀ ਉੱਚੀ ਉੱਚੀ ਅਖਬਾਰ ਦੀ ਕੋਈ ਖਬਰ ਪੜ੍ਹ ਕੇ ਸੁਣਾਉਂਦੇ ਨੇ ਤਾਂ ਫਿਰ ਨਿੱਕੂ ਉਹਨਾਂ ਨੂੰ ਢੇਰ ਸਾਰੇ ਸਵਾਲ ਪੁੱਛਦਾ ਰਹਿੰਦਾ। ਹੁਣ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਮਿਲਾਵਟਖੋਰੀ ਬਹੁਤ ਹੋ ਗਈ ਹੈ, ਇਸ ਲਈ ਅਖਬਾਰਾਂ ਦੇ ਵਿੱਚ ਖਬਰਾਂ ਵੀ ਇਸ ਤਰ੍ਹਾਂ ਦੀਆਂ ਮਿਲਾਵਟਖੋਰੀ ਦੀਆਂ ਵੱਧ ਛਪਦੀਆਂ ਨੇ। ਤੇ ਨਿੱਕੂ ਸਾਰਾ ਦਿਨ ਦਾਦਾ ਦਾਦੀ ਦੇ ਦੁਆਲੇ ਹੋਇਆ ਰਹਿੰਦਾ ਹੈ, ਭਾਂਤ ਭਾਂਤ ਦੀਆਂ ਗੱਲਾਂ ਪੁੱਛਣ ਲਈ। ਉਹ ਸਾਰੀਆਂ ਗੱਲਾਂ ਉਹ ਕਿੰਨੀ ਗੰਭੀਰਤਾ ਨਾਲ ਲੈਂਦਾ ਹੋਵੇਗਾ, ਉਹਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ। ਨਿੱਕੂ ਦੀ ਮਾਂ ਨੇ ਇਹ ਕਾਗਜ਼ ਨਿੱਕੂ ਦੇ ਦਾਦਾ ਜੀ ਦੇ ਹੱਥ ਫੜਾਇਆ। ਉਸਨੇ ਪੜ੍ਹਿਆ ਤਾਂ ਨਿੱਕੂ ਨੂੰ ਪੁੱਛਿਆ, ਹੁਣ ਇਸ ਦਾ ਕੀ ਕਰੀਏ? ਇਹੀ ਤਾਂ ਪਤਾ ਨਹੀਂ ਮੈਨੂੰ, ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ। ਉਸਨੇ ਉਦਾਸਿਆ ਜਿਹਾ ਮੂੰਹ ਬਣਾ ਕੇ ਆਖਿਆ, ਬਾਪੂ ਜੀ ਅਖਬਾਰ ਵਾਲਿਆਂ ਨੂੰ ਭੇਜ ਦਈਏ, ਹੋ ਸਕਦਾ ਛਾਪ ਹੀ ਦੇਣ, ਆਪੇ ਪੜ੍ਹ ਲੈਣਗੇ ਮਿਲਾਵਟਖੋਰ ਵੀ। ਸੁਣ ਕੇ ਨਿੱਕੂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮੇਰੀ ਚਿੱਠੀ ਪੜ੍ਹ ਕੇ ਸਾਰੇ ਮਿਲਾਵਟਖੋਰ ਮਿਲਾਵਟ ਕਰਨੋਂ ਹਟ ਜਾਣਗੇ, ਹੈ ਨਾ ਦਾਦਾ ਜੀ? ਦੱਸੋ ਦਾਦਾ ਜੀ, ਬੋਲੋ। ਹਾਂ ਪੁੱਤ, ਜ਼ਰੂਰ ਹਟ ਜਾਣਗੇ। ਦਾਦਾ ਜੀ ਨੇ ਨਿੱਕੂ ਦੇ ਸਿਰ ਤੇ ਹੱਥ ਫੇਰਦਿਆਂ ਇਹ ਆਖ ਦਿੱਤਾ। ਸੋ ਦੋਸਤੋ, ਇਹ ਸੀ ਨਿੱਕੂ ਦਾ ਖਾਤਾ ਮਿਲਾਵਟਖੋਰਾਂ ਦੇ ਨਾਮ।
ਹੁਣ ਤੁਸੀਂ ਆਪ ਦੇਖ ਲਓ ਕਿ ਕਿੱਥੇ ਕਿੱਥੇ ਕੌਣ ਮਿਲਾਵਟਖੋਰ ਰਹਿੰਦਾ ਹੈ, ਕਿਹਦੀ ਜ਼ਮੀਰ ਮਰੀ ਹੋਈ ਹੈ। ਸੱਚਮੁੱਚ ਤੁਹਾਡਾ ਵੀ ਫਰਜ਼ ਹੈ ਕਿ ਇਹ ਨਿੱਕੂ ਦਾ ਖੱਤ ਮਿਲਾਵਟਖੋਰਾਂ ਦੇ ਨਾਮ ਇਕੱਲੇ ਘਰ ਵਿੱਚ ਪਹੁੰਚਾ ਦਿਓ। ਕਹਿਣ ਦਾ ਭਾਵ ਜੇ ਕਹਾਣੀ ਚੰਗੀ ਲੱਗੀ ਤਾਂ ਹੋਰਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਦਿਓ ਕਿ ਨਿੱਕੂ ਦਾ ਖੱਤ ਤੁਹਾਨੂੰ ਕਿਵੇਂ ਲੱਗਿਆ। ਇਹਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।